ਓ ਯਾਰ ਤੂੰ ਅੱਛਾ ਅੱਛਾ ਬਹਿ ਜਾ ਹੋਰ ਕੀ ਹਾਲ ਹੈ? ਬਹੁਤ ਵਧੀਆ ਯਾਰ। ਤੂੰ ਇੱਧਰ ਕਿੱਧਰ ਜਾ ਰਿਹਾ? ਓ ਯਾਰ ਮੈਂ ਤਾਂ ਜੌਬ ਚੱਲਿਆ ਸੀ। ਯਾਰ ਨਾਲੇ ਤੂੰ ਨੋਇਡਾ ਜੌਬ ਨਹੀਂ ਕਰਦਾ ਸੀ? ਓ ਯਾਰ ਕਰਦਾ ਤਾਂ ਸੀ, ਪਰ ਮੇਰੇ ਘਰ ਦੇ ਨੇੜੇ ਨਵੀਂ ਫੈਕਟਰੀ ਖੁੱਲੀ, ਮੈਂ ਉੱਥੇ ਅਪਲਾਈ ਕੀਤਾ ਤੇ ਮੈਨੂੰ ਘਰ ਦੇ ਨੇੜੇ ਕੰਮ ਮਿਲ ਗਿਆ। ਵਾਹ ਯਾਰ ਕਮਾਲ ਦੀ ਗੱਲ ਹੈ। ਤੇ ਤੂੰ ਵੀ ਤਾਂ ਨਾਲੇ ਬੈਂਗਲੌਰ ਕੰਮ ਨਹੀਂ ਕਰਦਾ ਸੀ? ਓ ਯਾਰ ਮੈਨੂੰ ਵੀ ਇੱਥੇ ਇੱਕ ਨਵੀਂ ਆਈਟੀ ਕੰਪਨੀ ਦੇ ਵਿੱਚ ਜੌਬ ਮਿਲ ਗਈ ਹੈ। ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਤੈਨੂੰ ਵੀ ਘਰ ਦੇ ਨੇੜੇ ਕੰਮ ਮਿਲ ਗਿਆ। ਹੋਰ ਯਾਰ, ਜਿਨ੍ਹਾਂ ਘਰਦਿਆਂ ਨੇ ਪਾਲ ਪੋਸ ਕੇ ਇੰਨਾ ਵੱਡਾ ਕੀਤਾ ਤੇ ਜਦੋਂ ਉਹਨਾਂ ਦੀ ਸੇਵਾ ਕਰਨ ਦਾ ਟਾਈਮ ਆਇਆ ਅਸੀਂ ਉਹਨਾਂ ਨੂੰ ਛੱਡ ਕੇ ਦੂਰ ਚਲੇ ਜਾਈਏ, ਇਹ ਤਾਂ ਬਹੁਤ ਮਾੜੀ ਗੱਲ ਹੈ ਯਾਰ। ਸਹੀ ਗੱਲ ਹੈ ਯਾਰ, ਮੈਂ ਆਪ ਡੇਢ ਸਾਲ ਬਾਅਦ ਘਰੇ ਵਾਪਸ ਆਉਂਦਾ ਸੀਗਾ ਤੇ ਨਾ ਉੱਥੇ ਆਪਣੇ ਲੋਕ, ਨਾ ਆਪਣੀ ਬੋਲੀ, ਤੇ ਤਨਖਾਹ ਵਿੱਚੋਂ ਬਚਦਾ ਵੀ ਕੁਝ ਨਹੀਂ ਸੀ। ਇਹ ਤਾਂ ਸ਼ੁਕਰ ਹੈ ਕਿ ਆਪਾਂ ਘਰ ਦੇ ਨੇੜੇ ਆ ਗਏ। ਉਹ ਇਹ ਤਾਂ ਸ਼ੁਕਰ ਹੈ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ, ਜਿਨੇ ਪੰਜਾਬ ਵਿੱਚ ਨਾ ਜਾਣੇ ਕਿੰਨੀਆਂ ਨਵੀਂ ਕੰਪਨੀਆਂ ਤੇ ਬੰਦ ਪਈ ਕੰਪਨੀਆਂ ਦੁਆਰ ਤੋਂ ਵਸਾਤੀਆਂ ਤੇ ਸਾਡੇ ਵਰਗੇ ਨੌਜਵਾਨਾਂ ਨੂੰ ਦੁਆਰ ਤੋਂ ਕੰਮ ਮਿਲ ਗਿਆ। ਸਹੀ ਗੱਲ ਹੈ। ਵਾਹ ਓਏ, ਜਿਉਂਦੀ ਰਵੇ ਸਰਕਾਰ। ਕੱਲਾ ਕੱਲਾ ਪੰਜਾਬੀ ਬੱਚਾ ਮੇਰਾ ਬੱਚਾ, ਮੈਂ ਉਹਦੇ ਵਾਸਤੇ ਉਹਦਾ ਭਵਿੱਖ ਬਣਾਉਣਾ ਹੈ ਔਰ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਉਹ ਬੱਚਿਆਂ ਵਾਸਤੇ ਜਿਹੜਾ ਕੁਝ ਵੀ ਕਦਮ ਚੱਕਣਾ ਪਏ ਮੈਂ ਚੱਕਾਂ ਤਾਂ ਕਿ ਉਹ ਬੱਚਿਆਂ ਦਾ ਕੋਈ ਭਵਿੱਖ ਇੱਥੇ ਪੰਜਾਬ 'ਚ ਬਣੇ। ਇੰਨੇ ਸਾਡੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚੋਂ ਨਿਕਲ ਰਹੇ ਨੇ। ਅਗਰ ਅਸੀਂ ਪੰਜਾਬ ਦੀ ਡਿਵੈਲਪਮੈਂਟ ਨਹੀਂ ਕਰਨੀ, ਅਸੀਂ ਚਾਹੁੰਦੇ ਹਾਂ ਕਿ ਸਾਡੇ ਸਾਰੇ ਬੱਚੇ ਛੱਡ ਕੇ ਵਿਦੇਸ਼ਾਂ ਨੂੰ ਚਲੇ ਜਾਣ। ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਬੱਚਿਆਂ ਵਾਸਤੇ ਇੱਥੇ ਨੌਕਰੀਆਂ ਦੇ ਸਾਧਨ ਬਣਨ, ਕਿ ਤੁਹਾਡੇ ਬੱਚੇ ਤੁਹਾਡੇ ਨਾਲ ਹੀ ਰਹਿਣ, ਆਪਣੇ ਘਰਾਂ 'ਚ ਰਹਿਣ, ਬਾਹਰ ਨਾ ਜਾਣ। ਬਾਹਰ ਤਾਂ ਜਾਂਦਾ ਹੈ ਅਗਰ ਇੱਥੇ ਕੋਈ ਨੌਕਰੀ ਨਹੀਂ ਔਰ ਉਹਦਾ ਕੋਈ ਭਵਿੱਖ ਨਹੀਂ ਨਜ਼ਰ ਆ ਰਿਹਾ ਇਸ ਨੂੰ। ਇਸ ਕਰਕੇ ਇਹ ਗੱਲਾਂ ਸਾਡੇ ਵਾਸਤੇ ਬਹੁਤ ਅਹਿਮ ਨੇ ਕਿ ਅਸੀਂ ਇੱਥੇ ਦੀ ਡਿਵੈਲਪਮੈਂਟ ਨੂੰ, ਇੰਡਸਟਰੀਅਲ ਡਿਵੈਲਪਮੈਂਟ ਨੂੰ ਬੜੇ ਤੇਜ਼ੀ ਨਾਲ ਅਸੀਂ ਅੱਗੇ ਲੈ ਕੇ ਚੱਲੀਏ। ਦੇਖੋ, ਜਦੋਂ 2017 ਦੇ ਵਿੱਚ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਤੇ ਸਾਡੀ ਸਾਰੀ ਟੀਮ ਲੋਕਾਂ ਦੇ ਵਿਚਕਾਰ ਗਈ ਸੀ ਤੇ ਉਸ ਵੇਲੇ ਇੱਕ ਬਹੁਤ ਬੜਾ ਚੈਲੰਜ ਸੀ ਕਿ ਜਿਹੜਾ ਸਾਡਾ ਪੰਜਾਬ ਦਾ ਯੂਥ ਸੀ, ਅਸੀਂ ਇਹਨਾਂ ਨੂੰ ਇੰਪਲੋਇਮੈਂਟ ਤੇ ਲੈ ਕੇ ਆਣਾ, ਅਨਐਮਪਲੋਇਮੈਂਟ ਪੰਜਾਬ 'ਚ ਖਤਮ ਕਰਨੀ ਹੈ। ਤੇ ਜੋ ਸੀਐਮ ਸਾਹਿਬ ਦਾ ਵਿਜ਼ਨ ਸੀ, ਮਾਨਯੋਗ ਮੁੱਖ ਮੰਤਰੀ ਦਾ ਵਿਜ਼ਨ ਸੀ ਕਿ ਇਹ ਖੇਤੀ ਪ੍ਰਧਾਨ ਸੂਬਾ ਜਾਣਿਆ ਜਾਂਦਾ ਤੇ ਇਹਨੂੰ ਮੈਂ ਇੰਡਸਟਰੀ ਦੀ ਹੱਬ ਨਾਲ ਕਿੱਦਾਂ ਜਾਣਿਆ ਜਾਵੇ, ਇਹ ਮਾਨਯੋਗ ਮੁੱਖ ਮੰਤਰੀ ਦਾ ਪ੍ਰਯਾਸ ਸੀ। ਮਨੁੱਖ ਦੀ ਜ਼ਿੰਦਗੀ ਵਿੱਚ ਤਿੰਨ ਮੁੱਖ ਲੋੜਾਂ ਕੁੱਲੀ, ਜੁੱਲੀ ਤੇ ਗੁੱਲੀ ਸਨ। ਹੌਲੀ-ਹੌਲੀ ਸਮਾਂ ਬੀਤਿਆ ਤੇ ਮਨੁੱਖ ਦੀਆਂ ਲੋੜਾਂ ਵੱਧਦੀਆਂ ਗਈਆਂ। ਮਨੁੱਖ ਨੇ ਆਪਣੀ ਲੋੜ ਅਨੁਸਾਰ ਆਪਣੇ ਜੀਵਨ ਨੂੰ ਸੁਖਾਲਾ ਕਰਨ ਦੇ ਲਈ ਕਈ ਸਾਰੀਆਂ ਨਵੀਆਂ ਚੀਜ਼ਾਂ ਦੀ ਖੋਜ ਕੀਤੀ। ਆਦਿ ਮਾਨਵ ਤੋਂ ਲੈ ਕੇ ਹੁਣ ਤੱਕ ਵਕਤ ਦੇ ਨਾਲ ਇਨਸਾਨ ਬਦਲਿਆ, ਇਨਸਾਨ ਦੀਆਂ ਲੋੜਾਂ ਬਦਲੀਆਂ ਤੇ ਇਨਸਾਨ ਨੇ ਆਪਣੀਆਂ ਲੋੜਾਂ ਦੀ ਪੂਰਤੀ ਕਰਕੇ ਆਪਣੇ ਜੀਵਨ ਨੂੰ ਆਸਾਨ ਵੀ ਬਣਾਇਆ। ਜੀਵਨ ਨੂੰ ਆਸਾਨ ਕਰਨ ਵਾਲੇ ਇਹਨਾਂ ਸਾਧਨਾਂ ਦੀ ਜ਼ਰੂਰਤ ਜਦੋਂ ਜ਼ਿਆਦਾ ਪਈ ਤਾਂ ਛੋਟੇ-ਛੋਟੇ ਕਾਰਖਾਨੇ ਤੇ ਫਿਰ ਵੱਡੀਆਂ ਇੰਡਸਟਰੀਆਂ ਦਾ ਜਨਮ ਹੋਇਆ। ਇਹਨਾਂ ਇੰਡਸਟਰੀਆਂ ਦੇ ਵਿੱਚ ਬਣਨ ਵਾਲੇ ਸਮਾਨ ਬਦਲੇ, ਖਰੀਦਦਾਰ ਤੋਂ ਸਮੇਂ ਦੀ ਮੰਗ ਮੁਤਾਬਿਕ ਵਸੂਲੀ ਹੋਣ ਲੱਗੀ। ਇਸ ਤਰ੍ਹਾਂ ਇੰਡਸਟਰੀ ਆਰਥਿਕ ਮਜ਼ਬੂਤੀ ਦਾ ਇੱਕ ਅਹਿਮ ਸਾਧਨ ਬਣ ਗਈ। ਕਿਸੇ ਦੇਸ਼ ਦੀ ਅਰਥ ਵਿਵਸਥਾ ਵਿੱਚ ਇੰਡਸਟਰੀ ਦਾ ਇੱਕ ਅਹਿਮ ਯੋਗਦਾਨ ਹੁੰਦਾ ਹੈ। ਦੇਸ਼ ਦੀ ਇੰਡਸਟਰੀ ਦਾ ਘੇਰਾ ਜਿੰਨਾ ਵੱਡਾ ਤੇ ਵਿਸ਼ਾਲ ਹੁੰਦਾ ਹੈ, ਦੇਸ਼ ਦੀ ਅਰਥ ਵਿਵਸਥਾ ਓਨੀ ਹੀ ਜ਼ਿਆਦਾ ਮਜ਼ਬੂਤ ਹੁੰਦੀ ਹੈ। ਅਰਥ ਵਿਵਸਥਾ ਦੇ ਨਾਲ-ਨਾਲ ਇੰਡਸਟਰੀ ਦੇਸ਼ ਨੂੰ ਆਤਮ ਨਿਰਭਰ ਵੀ ਬਣਾਉਂਦੀ ਹੈ। ਵੱਖ-ਵੱਖ ਤਰ੍ਹਾਂ ਦੀਆਂ ਇੰਡਸਟਰੀਜ਼ ਦੇਸ਼ ਦੀਆਂ ਕਿੰਨੀਆਂ ਹੀ ਛੋਟੀਆਂ ਤੇ ਵੱਡੀਆਂ ਲੋੜਾਂ ਪੂਰੀਆਂ ਕਰਦੀ ਹੈ। ਦੇਸ਼ ਵਿੱਚ ਬਣਿਆ ਸਮਾਨ ਖਪਤਕਾਰ ਕੋਲ ਆਸਾਨੀ ਨਾਲ ਤੇ ਜਲਦੀ ਪਹੁੰਚ ਜਾਂਦਾ ਹੈ। ਇਹ ਸਮਾਨ ਕਈ ਤਰ੍ਹਾਂ ਦੇ ਇੰਟਰਨੈਸ਼ਨਲ ਟੈਕਸਾਂ ਤੋਂ ਰਹਿਤ ਹੋਣ ਕਰਕੇ ਸਸਤਾ ਵੀ ਹੁੰਦਾ ਹੈ। ਇੰਡਸਟਰੀ ਕਈ ਲੋਕਾਂ ਦਾ ਰੋਜ਼ਗਾਰ ਬਣਦੀ ਹੈ। ਹਜ਼ਾਰਾਂ ਲੋਕ ਇੰਡਸਟਰੀ ਵਿੱਚ ਆਪਣੀ ਆਪਣੀ ਕਾਬਲੀਅਤ ਮੁਤਾਬਿਕ ਕੰਮ ਕਰਦੇ ਤੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਹਨ। ਇੱਕ ਇੰਡਸਟਰੀ ਸਾਧਨ ਹੁੰਦੀ ਹੈ ਹਜ਼ਾਰਾਂ ਲੋਕਾਂ ਦੀ ਰੋਜ਼ੀ ਰੋਟੀ ਦਾ। ਪੰਜਾਬ ਇੰਡੀਆ ਦਾ ਉਹ ਸੂਬਾ ਜਿਸ ਨੂੰ ਇੰਡਸਟਰੀ ਦਾ ਗੜ੍ਹ ਮੰਨਿਆ ਜਾਂਦਾ ਰਿਹਾ ਹੈ, ਜਿੱਥੇ ਸਾਈਕਲ ਉਦਯੋਗ ਤੇ ਹੋਰ ਕਈ ਲੋਹ ਉਦਯੋਗ ਸਥਾਪਿਤ ਹੋਏ। ਮੰਡੀ ਗੋਬਿੰਦਗੜ੍ਹ ਲੋਹੇ ਦੇ ਕਾਰਖਾਨਿਆਂ ਲਈ ਮਸ਼ਹੂਰ ਹੋਇਆ। ਲੁਧਿਆਣਾ ਕੱਪੜੇ ਤੇ ਸਾਈਕਲ ਲਈ, ਜਲੰਧਰ ਖੇਡਾਂ ਦੇ ਸਮਾਨ ਲਈ। ਇਸ ਤਰ੍ਹਾਂ ਪੰਜਾਬ ਦੀ ਇੰਡਸਟਰੀ ਨੇ ਦੇਸ਼ ਵਿਦੇਸ਼ ਵਿੱਚ ਇੱਕ ਵਿਲੱਖਣ ਪਛਾਣ ਬਣਾਈ ਹੋਈ ਸੀ।
ਪਰ ਵਕਤ ਬਦਲਿਆ ਤੇ ਪੰਜਾਬ ਦੀ ਰੋਜ਼ ਤਰੱਕੀਆਂ ਕਰਨ ਵਾਲੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਜਹੀ ਲੱਗ ਗਈ। ਸਾਧਨਾਂ ਦੀ ਘਾਟ, ਕੱਚੇ ਮਾਲ ਦੀ ਦਿੱਕਤ, ਜ਼ਿਆਦਾ ਖਰਚ ਤੇ ਘੱਟ ਕਮਾਈ। ਸਮੇਂ ਅਤੇ ਹਾਲਾਤਾਂ ਨੂੰ ਗਲਤ ਦੇਖ ਕੇ ਪਿਛਲੇ ਕੁਝ ਸਮੇਂ 'ਚ ਕਈ ਵੱਡੀਆਂ ਫੈਕਟਰੀਆਂ ਨੂੰ ਜਾਂ ਤਾਂ ਉਹਨਾਂ ਦੇ ਮਾਲਕਾਂ ਨੇ ਬੰਦ ਕਰ ਦਿੱਤਾ ਜਾਂ ਫਿਰ ਉਹਨਾਂ ਨੇ ਆਪਣੀਆਂ ਫੈਕਟਰੀਆਂ ਨੂੰ ਕਿਸੇ ਹੋਰ ਸਟੇਟ ਵਿੱਚ ਜਾ ਕੇ ਸ਼ੁਰੂ ਕਰ ਲਿਆ। ਪੰਜਾਬ ਦੀ ਇੰਡਸਟਰੀ ਹੌਲੀ-ਹੌਲੀ ਆਪਣੇ ਆਖਰੀ ਸਾਹਾਂ ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਕਿ ਪੰਜਾਬ 'ਚੋਂ ਇੰਡਸਟਰੀ ਬਿਲਕੁਲ ਖਤਮ ਹੋ ਜਾਂਦੀ, ਸਮੇਂ ਨੇ ਇੱਕ ਵਾਰ ਫੇਰ ਪਲਟੀ ਖਾਧੀ। ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਇੱਕ ਵਾਰ ਫੇਰ ਪੰਜਾਬ ਦੀ ਇੰਡਸਟਰੀ ਵਿੱਚ ਇੱਕ ਨਵੀਂ ਜਾਨ ਤੇ ਨਵੀਂ ਤਾਜ਼ਗੀ ਆ ਗਈ। ਸਾਡੀ ਸਰਕਾਰ ਆਈ ਤੇ ਸਭ ਤੋਂ ਪਹਿਲਾਂ ਇੱਕ ਸਾਡੇ ਲਈ ਬੜਾ ਵੱਡਾ ਚੈਲੰਜ ਸੀ, ਜਿਹੜੀ ਮੰਡੀ ਗੋਬਿੰਦਗੜ੍ਹ ਜਿਹੜੀ ਕਿ ਇੰਡਸਟਰੀ ਦੀ ਹੱਬ ਹੈ, ਉੱਥੇ ਬਹੁਤ ਸਾਰੇ ਯੂਨਿਟ ਬੰਦ ਹੋ ਚੁੱਕੇ ਸੀ ਔਰ ਬਹੁਤ ਸਾਰੇ ਯੂਨਿਟ ਐਸੇ ਸੀ ਜਿਹੜੇ ਉੱਥੋਂ ਸ਼ਿਫਟ ਹੋ ਗਏ ਸੀ ਔਰ ਇਦਾਂ ਦੇ ਹਾਲਾਤ ਹੋ ਗਏ ਸੀ। ਸਭ ਤੋਂ ਪਹਿਲਾਂ ਸਾਨੂੰ ਇਹ ਸੀ ਕਿ ਜਿਹੜੀ ਇਹ ਇੰਡਸਟਰੀ ਹੈ ਇਹਨੂੰ ਵਾਪਸ ਕਿੱਦਾਂ ਲਿਆਂਦਾ ਜਾਏ, ਇਹਨੂੰ ਰਿਵਾਈਵ ਕਿੱਦਾਂ ਕੀਤਾ ਜਾਏ। ਤੇ 2017 ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਬਹੁਤ ਹੀ ਇੰਡਸਟਰੀ ਪਾਲਿਸੀ ਲੈ ਕੇ ਆਂਦੀ, ਜਿਹੜੀ ਦੇਸ਼ ਦੀ ਸਭ ਤੋਂ ਬਿਹਤਰੀਨ ਪਾਲਿਸੀ ਸੀ। ਔਰ ਉਹਦੇ ਨਾਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਸ ਤੋਂ ਬਾਅਦ ਦੇ ਅੰਦਰ ਅਸੀਂ ਜਿੰਨੀ ਵੀ ਇੰਡਸਟਰੀ ਉੱਥੇ ਬੰਦ ਪਈ ਸੀ, ਉਹ ਮੈਕਸਿਮਮ ਇੰਡਸਟਰੀ ਜਿਹੜੀ ਹੈ ਦੁਬਾਰਾ ਖੁੱਲ੍ਹ ਗਈ ਔਰ ਬਹੁਤ ਸਾਰੇ ਮੇਰੇ ਖਿਆਲ 31 ਕੇ 35 ਦੇ ਕਰੀਬ ਐਸੇ ਯੂਨਿਟ ਸੀ ਜਿਨ੍ਹਾਂ ਨੇ ਆਪਣੇ ਲੋਡ ਵਧਾਏ ਔਰ ਬਹੁਤ ਹੀ ਅੱਛੀ ਤਰ੍ਹਾਂ ਮੰਡੀ ਗੋਬਿੰਦਗੜ੍ਹ ਦਾ ਜਿਹੜਾ ਕੰਮ ਉਹ ਚੱਲਿਆ। ਨਵੀਂ ਇੰਡਸਟਰੀਅਲ ਤੇ ਇਨਵੈਸਟਮੈਂਟ ਪਾਲਿਸੀ 2017 ਤੇ ਉਸ ਦੀਆਂ ਆਪਰੇਸ਼ਨਲ ਗਾਈਡਲਾਈਨਸ ਅਗਸਤ 7, 2018 ਨੂੰ ਲਾਗੂ ਕੀਤੀਆਂ ਗਈਆਂ। ਇਹ ਇੰਡਸਟਰੀ ਦੀ ਫੀਲਡ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਦੀ ਸ਼ੁਰੂਆਤ ਸੀ, ਜਿਸ ਨੂੰ ਪੰਜਾਬ ਸੂਬੇ ਦੇ ਬਾਹਰ ਵੀ ਬਹੁਤ ਸਰਾਹਿਆ ਗਿਆ। आप देखेंगे कि लास्ट 3-4 साल के अंदर इंडस्ट्री काफ़ी ग्रो करी है पंजाब के अंदर एंड उसका काफ़ी बड़ा श्रेय जाता है जो गवर्नमेंट की पॉलिसीज़ आई हैं, स्पेशली जो इंसेंटिव लिंक पॉलिसीज़ हैं। काफ़ी लोग इसकी वजह से प्रेरित हुए हैं यहाँ पे इंडस्ट्री लगाने के लिए। कंपनीज़ के लिए जो इंडस्ट्रियल पॉलिसी निकली है नई, जो इन्वेस्ट पंजाब ने निकाली हैं, वो काफ़ी स्टेट्स से बहुत बेहतर है एंड वो इनकरेज करती है बहुत लोगों को यहाँ पे इंडस्ट्री लगाने के लिए। ਕੈਪਟਨ ਸਾਹਿਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 3424.29 ਕਰੋੜ ਦੀ ਪਾਵਰ ਟੈਰਿਫ ਸਬਸਿਡੀ ਦੇਣ ਦੇ ਨਾਲ-ਨਾਲ IBDP 2017 ਦੇ ਅਧੀਨ ਸਾਰੇ ਇਨਸੈਂਟਿਵਸ ਨੂੰ ਐਲੀਜੀਬਿਲਿਟੀ ਸਰਟੀਫਿਕੇਟਸ ਇਸ਼ੂ ਕੀਤੇ ਗਏ। ਇਸ ਦੇ ਨਾਲ-ਨਾਲ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ, ਜਿਸ ਦੇ ਵਿੱਚ ਟਰੱਕ ਯੂਨੀਅਨਸ ਨੂੰ ਖਤਮ ਕਰਕੇ ਕਾਰਟੇਲਾਈਜੇਸ਼ਨ ਤੇ ਚੈੱਕ ਰੱਖਿਆ ਗਿਆ। ਨਾਲੇ ਕੰਜ਼ਿਊਮਰਸ ਨੂੰ ਟਰਾਂਸਪੋਰਟ ਦੀ ਆਸਾਨ ਆਵਾਜਾਈ ਕਰਵਾ ਕੇ ਲਾਭ ਪਹੁੰਚਾਇਆ ਗਿਆ। ਦੋਨੋਂ ਨਵੀਆਂ ਤੇ ਪੁਰਾਣੀਆਂ ਕੰਪਨੀਆਂ ਦਾ ਇਲੈਕਟ੍ਰਿਸਿਟੀ ਟੈਰਿਫ 5 ਰੁਪਏ ਪਰ ਯੂਨਿਟ ਕਰ ਦਿੱਤਾ ਗਿਆ, ਜੋ ਕਿ ਇੰਡਸਟਰੀ ਸੈਕਟਰ ਨੂੰ ਇੱਕ ਵੱਡੀ ਰਾਹਤ ਸੀ। ਇਸ ਦੇ ਨਾਲ-ਨਾਲ ਸਾਲਾਨਾ 1500 ਕਰੋੜ ਦੀ ਸਬਸਿਡੀ ਵੀ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਗਈ। ਇਸ ਦੇ ਫਲਸਵਰੂਪ ਅਪ੍ਰੈਲ 2017 ਤੋਂ ਲੈ ਕੇ ਲਗਭਗ 71,640 ਕਰੋੜ ਦੀ ਇਨਵੈਸਟਮੈਂਟ ਔਨ ਗਰਾਊਂਡ ਮਿਲੀ, ਜਿਸ ਨੇ ਲਗਭਗ 2 ਲੱਖ ਲੋਕਾਂ ਨੂੰ ਰੋਜ਼ਗਾਰ ਦਿੱਤਾ। मेरा नाम संजीव सिंगला और मैं वर्धमान स्पैशल स्टील एज ए बतौर चीफ फाइनेंशियल अफसर काम कर ਰਿਹਾ। ਪਿਛਲੇ 4-5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਦੀ ਜੋ ਪਾਲਿਸੀਆਂ ਨੇ ਉਹਦੇ ਸਦਕਾ ਜੋ ਅਸੀਂ ਡਿਸੀਜਨਸ ਲਏ ਨੇ ਪਿਛਲੇ 4 ਸਾਲਾਂ ਦੇ ਵਿੱਚ, ਸਭ ਤੋਂ ਪਹਿਲਾਂ ਇਸ ਇੰਡਸਟਰੀ ਨੂੰ, ਪੰਜਾਬ ਸਰਕਾਰ ਦੀ ਇੰਡਸਟਰੀ ਨੂੰ ਸਪੋਰਟ ਕਰਨ ਵਾਸਤੇ ਜੋ ਸਭ ਤੋਂ ਵੱਡਾ ਫੈਸਲਾ ਲਿਆ ਗਿਆ, 5 ਰੁਪਏ ਪਰ ਯੂਨਿਟ ਪੰਜਾਬ ਦੀ ਇੰਡਸਟਰੀ ਨੂੰ ਪਾਵਰ ਦਿੱਤੀ ਜਾਊਗੀ। ਉਹਦੇ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਬਹੁਤ ਵੱਡੀ ਰਾਹਤ ਮਿਲੀ। ਉਸ ਤੋਂ ਬਾਅਦ 2017 ਦੇ ਵਿੱਚ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ, ਨਵੀਂ ਪਾਲਿਸੀ ਲੈ ਕੇ ਆਈ ਸਰਕਾਰ। ਉਹਦੀ ਗਾਈਡਲਾਈਨਸ 2018 ਵਿੱਚ ਜਾਰੀ ਕੀਤੀਆਂ ਗਈਆਂ। ਉਹ ਪਾਲਿਸੀ ਤੇ ਉਹ ਗਾਈਡਲਾਈਨਸ ਨੂੰ ਦੇਖਦੇ ਹੋਏ ਅਸੀਂ ਆਪਣਾ ਇਸ ਕੰਪਨੀ ਦੇ ਵਿੱਚ ਇਹ ਫੈਸਲਾ ਲਿਆ ਕਿ ਅਸੀਂ ਹੋਰ ਫਰਦਰ ਆਪਣੀ ਐਕਸਪੈਂਸ਼ਨ ਇੱਥੇ ਕਰੀਏ, ਇਸ ਯੂਨਿਟ ਦੀ ਮੋਡਰਨਾਈਜੇਸ਼ਨ ਕਰੀਏ। ਤਾਂ ਉਸ ਦੇ ਵਿੱਚ ਇਹ ਫੈਸਲਾ ਹੋਇਆ ਕਿ ਅਸੀਂ 110 ਕਰੋੜ ਦੀ ਇਨਵੈਸਟਮੈਂਟ ਦਾ ਮਤਾ ਪਾਸ ਕੀਤਾ ਤੇ ਉਹਦੇ ਮੁਤਾਬਕ ਅਸੀਂ ਆਪਣੀ ਜਿੰਨੀ ਸਟੀਲ ਮੈਲਟ ਸ਼ਾਪ ਸੀ ਉਹਨੂੰ ਅਪਗ੍ਰੇਡ ਕੀਤਾ।
ਸਾਡੇ ਵਾਸਤੇ ਬਹੁਤ ਫਖਰ ਦੀ ਗੱਲ ਹੈ, ਸਾਡੇ ਪੰਜਾਬ ਵਾਸਤੇ ਬਹੁਤ ਫਖਰ ਦੀ ਗੱਲ ਹੈ ਕਿ ਜਾਪਾਨ ਦੀ ਵਨ ਆਫ ਦਾ ਬੈਸਟ ਅਲੋਏ ਸਟੀਲ ਮੇਕਿੰਗ ਕੰਪਨੀ ਆਈਚੀ ਸਟੀਲ ਕਾਰਪੋਰੇਸ਼ਨ, ਜਿਹੜੀ ਕਿ ਜਾਪਾਨ ਦੇ ਵਿੱਚ ਟੋਇਟਾ ਨੂੰ ਸਭ ਤੋਂ ਵੱਡੀ ਸਟੀਲ ਮੇਕਿੰਗ ਡਿਵੀਜ਼ਨ ਆ ਟੋਇਟਾ ਦੀ, ਉਸ ਦਾ ਸਾਡੇ ਨਾਲ ਹੱਥ ਮਿਲਿਆ। ਲੁਧਿਆਣੇ ਦੇ ਵਿੱਚ ਜੋ ਵੀ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਹੋ ਰਹੀ ਹੈ ਬਹੁਤ ਹੀ ਅੱਛੀ ਹੋ ਰਹੀ ਹੈ ਜੀ, ਤੇ ਮੈਂ ਆਸ਼ਾ ਕਰਦਾ ਹਾਂ ਕਿ ਪੰਜਾਬ ਆਉਣ ਵਾਲੇ दिनों ਦੇ ਵਿੱਚ दिन दुगनी रात चुगनी तरक्की करूँगा जी। पंजाब हमेशा से अपने कई इंडस्ट्रीज़ के लिए जाना गया है, इंजीनियरिंग हो गई, टेक्सटाइल्स हो गई, एंड इसी में आज की डेट में बहुत ज़्यादा डिमांड भी है मार्केट में, इंडिया में भी और ओवरसीज़ में भी। अगर हम सोनालिका का ही एग्जांपल लें तो आज पंजाब में बैठे हुए भी हम सबसे लार्जेस्ट एक्सपोर्टर्स हैं ट्रैक्टर्स के। ਜਿਹੜੀ ਸਾਡੀ MSME ਹੈ ਜਾਂ ਮਾਈਕਰੋ ਇੰਡਸਟਰੀ ਹੈ, ਜਿਹੜੀ ਸਾਡੀ ਪੰਜਾਬ ਦੀ ਇੰਡਸਟਰੀ ਦੀ ਬੈਕਬੋਨ ਹੈ, ਉਹਨੂੰ ਪ੍ਰਫੁੱਲਤ ਕਰਨ ਦੇ ਲਈ ਬਾਹਰਲੇ ਦੇਸ਼ਾਂ ਤੋਂ 4 ਕੰਪਨੀਆਂ ਆਈਆਂ, ਜਿਹੜਾ ਇਹਨਾਂ ਦੇ ਨਾਲ ਇਹਨਾਂ ਨੂੰ ਮਿਲਾਇਆ ਗਿਆ ਕਿ ਕਿਹੜੀ ਚੀਜ਼ ਇਹ ਇਹਨਾਂ ਦੀ ਬਣਦੀ ਹੈ ਉਹ ਉਹਨਾਂ ਨੂੰ ਸਪਲਾਈ ਕਰ ਸਕਣ, ਜਿਹੜਾ ਉਹਨਾਂ ਨੂੰ ਰॉ ਮਟੀਰੀਅਲ ਚਾਹੀਦਾ ਹੈ ਉਹ ਇੱਥੋਂ ਇਹਨਾਂ ਕੋਲ ਲੈ ਸਕਣ। ਉਹ ਜਿਹੜਾ ਸਮਿਟ ਸੀ ਸਾਡਾ MSME ਔਰ ਮਾਈਕਰੋ ਇੰਡਸਟਰੀ ਨੂੰ ਲੈ ਕੇ, ਉਹ ਬਹੁਤ ਸਕਸੈਸ ਹੋਇਆ। ਤਕਰੀਬਨ 1/3 ਪ੍ਰੋਜੈਕਟ ਹਜੇ ਕੰਸਟਰਕਸ਼ਨ ਸਟੇਜ ਤੇ ਚੱਲ ਰਹੇ ਨੇ, ਜਿਨ੍ਹਾਂ ਵਿੱਚ ਕੁਝ ਮੁੱਖ ਪ੍ਰੋਜੈਕਟ ਇਸ ਤਰ੍ਹਾਂ ਨੇ। HPCL ਮਿੱਤਲ ਐਨਰਜੀ 21,991 ਕਰੋੜ ਦੀ ਇਨਵੈਸਟਮੈਂਟ, ਹੈਪੀ ਫੋਰਜਿੰਗ ਲਿਮਿਟਿਡ 550 ਕਰੋੜ ਦੀ ਇਨਵੈਸਟਮੈਂਟ, ਐਮਿਟੀ ਯੂਨੀਵਰਸਿਟੀ 664 ਕਰੋੜ ਦੀ ਇਨਵੈਸਟਮੈਂਟ, ਪਲਾਕਸ਼ਾ ਯੂਨੀਵਰਸਿਟੀ 2039 ਕਰੋੜ ਦੀ ਇਨਵੈਸਟਮੈਂਟ, ਇੰਟਰਨੈਸ਼ਨਲ ਟਰੈਕਟਰਜ਼ ਲਿਮਿਟਿਡ 516 ਕਰੋੜ ਦੀ ਇਨਵੈਸਟਮੈਂਟ, ਥਿੰਕ ਗੈਸ ਪ੍ਰਾਈਵੇਟ ਲਿਮਿਟਿਡ 2119 ਕਰੋੜ ਦੀ ਇਨਵੈਸਟਮੈਂਟ, CN ਇਫਕੋ ਪ੍ਰਾਈਵੇਟ ਲਿਮਿਟਿਡ 499 ਕਰੋੜ ਤੇ ਵਰਬੀਓ ਇੰਡੀਆ ਵਿੱਚ 72 ਕਰੋੜ ਦੀ ਇਨਵੈਸਟਮੈਂਟ ਕੀਤੀ ਗਈ। ਠੰਡਾ ਰਿਫਾਈਨਰੀ ਹੈ ਜਿਹੜੀ 22,000 ਕਰੋੜ ਦਾ ਪ੍ਰੋਜੈਕਟ ਹੈ, ਜਿਹੜਾ ਕਿ ਬੜੀ ਜਲਦੀ ਆ ਰਿਹਾ, ਇਹਦੇ ਵਿੱਚ ਵੀ ਕਾਫੀ ਜੌਬਸ ਮਿਲ ਰਹੀਆਂ ਨੇ। ਵਰਨ ਬਰੇਵਰੀਜ਼ ਪਠਾਨਕੋਟ 800 ਕਰੋੜ ਦਾ ਪ੍ਰੋਜੈਕਟ ਲੱਗਾ ਹੈ। ਇੱਕ CN ਇਫਕੋ ਮਾਚੀਵਾੜੇ 'ਚ 550 ਕਰੋੜ ਦਾ, ਇੱਕ ਹੈਪੀ ਫਾਰਮੇਸ ਲੁਧਿਆਣਾ ਇਹ 600 ਕਰੋੜ ਦਾ, ਐਮਐਨਟੀ ਯੂਨੀਵਰਸਿਟੀ ਮੋਹਾਲੀ ਜਿਹੜਾ ਹੁਣੇ ਹੀ ਪਾਸ ਹੋਇਆ 664 ਕਰੋੜ ਰੁਪਏ ਦੀ ਲਾਗਤ ਨਾਲ ਆ ਰਹੀ ਹੈ। ਫਿਰ ਹਿੰਦੁਸਤਾਨ ਪੈਟਰੋਲੀਅਮ ਬਠਿੰਡਾ 'ਚ 684 ਕਰੋੜ ਰੁਪਏ ਨਾਲ, ਇੰਟਰਨੈਸ਼ਨਲ ਟਰੈਕਟਰ ਹੁਸ਼ਿਆਰਪੁਰ ਵਿੱਚ ਜਿਨ੍ਹਾਂ ਨੇ ਹੋਰ ਐਕਸਟੈਂਸ਼ਨ ਅੱਗੇ ਕੀਤੀ 457 ਕਰੋੜ ਰੁਪਇਆ ਇਹਨਾਂ ਨੇ ਹੋਰ ਲਗਾਇਆ। ਇੱਕ NFL ਬਠਿੰਡਾ ਨੰਗਲ 'ਚ 481 ਕਰੋੜ ਦਾ ਪ੍ਰੋਜੈਕਟ ਹੈ। ਇੱਕ ਪਲਾਕਸ਼ਾ ਯੂਨੀਵਰਸਿਟੀ ਇਹ 2039 ਕਰੋੜ ਰੁਪਏ ਦੀ ਲਾਗਤ ਨਾਲ ਆ ਰਹੀ ਹੈ। ਇੱਕ ਰਿਆਤ ਐਜੂਕੇਸ਼ਨ ਟਰਸਟ ਜਿਹੜਾ ਇਹ ਬਹੁਤ ਐਸੀਆਂ ਕੰਪਨੀਆਂ ਨੇ, ਕੋਈ 1771 ਜਿਹੜੀਆਂ ਐਪਲੀਕੇਸ਼ਨ ਹੈ ਸਾਡੇ ਕੋਲ ਆਈਆਂ ਨੇ ਜਿਹੜੀਆਂ ਇੰਪਲੀਮੈਂਟ ਹੋ ਰਹੀਆਂ, ਜਿਹਦੇ 'ਚ 72,000 ਕਰੋੜ ਦੇ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਕਿ ਜਿਹੜੀ ਇਨਵੈਸਟਮੈਂਟ ਨਵੀਂ ਹੋ ਰਹੀ ਹੈ। ਤੇ ਹੁਣ ਅਸੀਂ ਐਮਓਜ਼ੋ ਨਹੀਂ ਕਰਦੇ, ਡਾਇਰੈਕਟ ਜਿਹੜੀ ਹੈ ਇਨਵੈਸਟਮੈਂਟ ਕੀਤੀ ਜਾਂਦੀ ਹੈ। ਉਹਦੇ ਲਈ ਸਭ ਮੇਰਾ ਡਿਪਾਰਟਮੈਂਟ, ਮੇਰੇ ਸਾਰੇ ਅਫਸਰ, ਸਾਡਾ ਸਾਰਾ ਸਟਾਫ ਲੱਗਾ ਹੋਇਆ। ਮੈਂ ਉਮੀਦ ਕਰਦਾ ਕਿ ਜੋ ਮਾਨਯੋਗ ਮੁੱਖ ਮੰਤਰੀ ਦੀ ਸੋਚ ਹੈ, ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਣਾ ਸਾਡਾ ਸਮਾਂ ਹੈ ਔਰ ਇਹ ਜਿਹੜੀ ਇੰਡਸਟਰੀ ਹੈ ਇੱਕ ਬੋਝ ਮੁਕਤ, ਇਸ ਟਾਈਮ ਕੋਈ ਬੋਝ ਨਹੀਂ ਕਿਸੇ ਇੰਡਸਟਰੀ ਤੇ। ਇਸ ਦੇ ਨਾਲ ਹੀ 1/3 ਪ੍ਰੋਜੈਕਟ ਜੋ ਕਿ ਪ੍ਰੋਡਕਸ਼ਨ ਸਟੇਜ ਤੇ ਪਹੁੰਚ ਗਏ ਹਨ, ਉਹਨਾਂ ਵਿੱਚੋਂ ਕੁਝ ਅਹਿਮ ਪ੍ਰੋਜੈਕਟ ਵਰੁਣ ਬੈਵਰੇजेस 800 ਕਰੋੜ, ਮਿਸਿਸ ਬੈਕਟਰਜ਼ ਫੂਡ ਸਪੈਸ਼ਲਿਟੀਜ਼ ਲਿਮਿਟਿਡ 121 ਕਰੋੜ, ITC ਹੋਟਲ 121 ਕਰੋੜ, ਮਾਧਵ ਅਲੋਇਜ਼ ਲਿਮਿਟਿਡ 152 ਕਰੋੜ, ਗੋਦਰੇਜ ਟਾਈਸਨ ਫੂਡਸ ਲਿਮਿਟਿਡ 70 ਕਰੋੜ ਤੇ ਲੁਧਿਆਣਾ ਬੈਵਰੇजेस ਵਰਗੀ ਨਾਮੀ ਕੰਪਨੀਆਂ ਦੀ ਇਨਵੈਸਟਮੈਂਟ ਸ਼ਾਮਿਲ ਹੈ। ਇਸ ਦੇ ਅਤਿਰਿਕਤ ਕੁਆਰਕ ਸਿਟੀ ਇੰਡੀਆ ਪ੍ਰਾਈਵੇਟ ਲਿਮਿਟਿਡ ਦੇ ਨਾਲ ਸੈਕੰਡ ਫੇਜ਼ ਵਿੱਚ ਇੱਕ MOU ਸਾਈਨ ਕੀਤਾ ਗਿਆ, ਜਿਸ ਦੇ ਤਹਿਤ ਪੰਜਾਬ ਵਿੱਚ ਇੰਡਸਟਰੀ ਤੇ ਇੰਪਲੋਇਮੈਂਟ ਨੂੰ ਹੋਰ ਮਜ਼ਬੂਤ ਕਰਨ ਲਈ ਲਗਭਗ 5000 ਏਕੜ ਵਿੱਚ ਸਟੇਟ ਆਫ ਆਰਟ ਇੰਡਸਟਰੀਅਲ ਐਂਡ ਅਰਬਨ ਇਨਫਰਾਸਟ੍ਰਕਚਰ ਸਥਾਪਿਤ ਕੀਤਾ ਜਾਏਗਾ, ਜਿਸ ਦੇ ਨਾਲ ਇੰਡਸਟਰੀਅਲ ਪਾਰਕਸ, ਇੰਡਸਟਰੀਅਲ ਮਾਡਲ ਟਾਊਨਸ ਤੇ ਇੰਟੀਗ੍ਰੇਟਿਡ ਟਾਊਨਸ਼ਿਪਸ ਬਣਾਈਆਂ ਜਾਣਗੀਆਂ ਤੇ ਹੋਰ ਮਜ਼ਬੂਤ ਕੀਤੀਆਂ ਜਾਣਗੀਆਂ, ਜੋ ਇੰਡਸਟਰੀਅਲ ਨਿਵੇਸ਼ ਨੂੰ ਹੋਰ ਜ਼ਿਆਦਾ ਪ੍ਰੋਤਸਾਹਨ ਦੇਣਗੀਆਂ।
ਪੰਜਾਬ ਸੂਬੇ ਵਿੱਚ ਨਵੇਂ ਇੰਡਸਟਰੀਅਲ ਪਾਰਕਸ ਡਿਵੈਲਪ ਕੀਤੇ ਗਏ, ਜਿਨ੍ਹਾਂ ਵਿੱਚੋਂ ਹਾਈਟੈਕ ਸਾਈਕਲ ਵੈਲੀ ਜੋ ਕਿ 380 ਏਕੜ ਵਿੱਚ ਲੁਧਿਆਣੇ ਵਿਖੇ ਹੈ, ਮਾਡਰਨ ਇੰਡਸਟਰੀਅਲ ਫੋਕਲ ਪੁਆਇੰਟ ਨਾਭਾ ਤੇ ਮੈਗਾ ਫੂਡ ਪਾਰਕ ਲਾਡੋਵਾਲ ਲੁਧਿਆਣੇ ਵਿਖੇ ਹੈ। ਇਸ ਤੋਂ ਇਲਾਵਾ 3 ਮੈਗਾ ਇੰਡਸਟਰੀਅਲ ਪਾਰਕਸ 1000 ਏਕੜ ਮੱਤੇਵਾੜਾ, ਬਠਿੰਡਾ ਤੇ ਰਾਜਪੁਰਾ ਵਿੱਚ ਅੰਡਰ ਡਿਵੈਲਪਮੈਂਟ ਨੇ। ਨਾਲ ਦੀ ਨਾਲ ਫਾਰਮਾ ਪਾਰਕ ਜੋ ਕਿ ਲਗਭਗ 133 ਏਕੜ ਵਿੱਚ ਫਤਿਹਗੜ੍ਹ ਦੇ ਵਜ਼ੀਰਾਬਾਦ ਵਿੱਚ ਡਿਵੈਲਪ ਕੀਤਾ ਜਾ ਰਿਹਾ ਹੈ। ਕੈਪਟਨ ਸਾਹਿਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 31 ਬੰਦ ਪਈਆਂ ਇੰਡਸਟਰੀਅਲ ਯੂਨਿਟਸ ਦੇ ਪਾਵਰ ਕਨੈਕਸ਼ਨਾਂ ਨੂੰ 2017 ਤੋਂ 2020 ਦੇ ਦੌਰਾਨ ਮੁੜ ਸਥਾਪਿਤ ਕੀਤਾ। 35 ਨਵੀਆਂ ਇੰਡਸਟਰੀਅਲ ਯੂਨਿਟਸ ਨੂੰ ਪਾਵਰ ਕਨੈਕਸ਼ਨ ਮੁਹੱਈਆ ਕਰਵਾਏ। अठवंजा इंडस्ट्रीयल यूनिट्स के पावर लोड्स का विस्तार किया गया। इस सब तो इलावा IT विच रिसर्च एंड डिवेलपमेंट नूं प्रमोट करन दे लई स्टार्टअप पंजाब हब, जिसनूं न्यूरॉन का नाम दिता गया, STPI मोहाली विच ISB मोहाली ते पंजाब टैक यूनिवर्सिटी दे कोलैबोरेशन दे नाल सैटअप किया गया। एक होर अहम कदम पंजाब इनोवेशन मिशन 2020 ते काम किया गया, जिस दे तहत पंजाब इनोवेशन मिशन अते पंजाब इनोवेशन फंड की स्थापना की नींह रखी गई। मेरा नाम डॉक्टर विंदर वर्मा है, मैं गंगा एक्टिवूज लिमिटेड का मैनेजिंग डायरैक्टर है। साढ़े को 28-2900 टोटल टीम मैंबरस है और बड़ी मेहनत के नाल असी ऑल ओवर द वर्ल्ड अपनी एक्सपोर्ट्स करते हैं। ये जिहड़ा पंजाब सरकार का ओवरऑल इंडस्ट्रीयल क्लाइमेट है वो बहुत वधिया, खास करके लुधियाना के जिहड़ा ओवरऑल इंडस्ट्रीयल कल्चर है उसकी सानू बड़ी सपोर्ट मिल रही एज़ कंपेयर टू अदर स्टेट्स। पंजाब दे विच पंजाब की मिट्टी दे विच एक इंडस्ट्रीयल क्लाइमेट बहुत ही वधिया क्लाइमेट है और असी हुण एक कोविड-19 के बावजूद काफ़ी ज़्यादा बड़ियां इन्वेस्टमेंट्स पंजाब कर रहे हैं। इस सारियां असी इनकरेज हो रहे हैं जिहड़ियां पंजाब सरकार की इंडस्ट्रीयल पॉलिसीज़ नूं देखते हुए। और साडी जिहड़ी टोटल इन्वेस्टमेंट्स हैगियां अंडर द न्यू इंडस्ट्रीयल पॉलिसी ये ऑलरेडी 200 करोड़ के आसपास पहुंच चुकी हैं और होर हले होंगे। जो करंट पंजाब कैप्टन गवर्नमेंट है वो बहुत ही रिस्पॉन्सिव गवर्नमेंट है। काफ़ी बारी हमने नोटिस किया कि डिटेल्स कैप्टन साहब की टिप पे होती हैं एंड वो इंडस्ट्री के पॉइंट्स को देखते हुए हमेशा अपनी पॉलिसीज़ को फ्रेम करते हैं। ये काफ़ी अच्छी चीज़ है, इससे इंडस्ट्री को कॉन्फिडेंस भी आता है और बूस्ट भी मिलता है। एक इंडस्ट्री को अपना काम अच्छे से करने के लिए वर्क एनवायरनमेंट अच्छा चाहिए, उसको पॉलिटिकल एनवायरनमेंट अच्छा चाहिए एंड एडमिनिस्ट्रेटिव एनवायरनमेंट भी अच्छा चाहिए। लकीली पंजाब में ये तीनों चीज़ें अवेलेबल हैं एंड ख़ासकर कैप्टन सरकार के अंदर ये सारी चीज़ों को बड़े अच्छे से ध्यान में रखा गया है। एक होर मुख कदम पंजाब स्टूडेंट एंटरप्रेन्योर स्कीम, जो कि उन्हां सारियां यूनिवर्सिटीज़, कॉलेजेस ਅਤੇ पॉलीटैक्निक्स वास्ते है जिन्हां दे कैंपस विच इनक्यूबेटर्स लगाए हुए ने। पंजाब विच कॉरपोरेट सोशल रिस्पॉन्सिबिलिटी बोर्ड की स्थापना की गई, जो कि एक बहुत ज़रूरी ਅਤੇ नैतिक कदम सी। मेरा नाम कनुप्रीत कौर है, मैं गवर्नमेंट पॉलीटैक्निकल कॉलेज की ही विद्यार्थन हाँ। अज साडे कॉलेज दे विच रोज़गार मेला लग्या होया है, जिथों वख-वख कंपनियां बच्चों को नौकरियां प्रदान कर रही हैं। मेरी पढ़ाई, मैं इत्थे बी फार्मेसी की विद्यार्थन हाँ। मेरी पढ़ाई के नाल ही मेरी 2 कंपनियों के सिलेक्शन हो गई है। मैं धन्नवादी हाँ पंजाब सरकार कैप्टन अमरिंदर सिंह जी की, जिन्हें सानू इन्ना वड्डिया मौका प्रदान किया। मेरा नाम जसविंदर कौर है तो मैं गुरु नानक कॉलेज फॉर गर्ल्स की विद्यार्थन हाँ। तो मैं इत्थे गवर्नमेंट कॉलेज श्री मुक्तसर साहब में जॉब फेयर जो कि पंजाब सरकार द्वारा लगाया गया है उत्थे विजिट करने लिए आई सी एंड मेरी सिलेक्शन है जी डॉरिक मल्टीमीडिया कंपनी में हो चुकी है। मैं पंजाब सरकार का बहुत ज़्यादा धन्यवाद करती हूँ। थैंक यू सो मच। भी सैटिस्फैक्शन है सानू भी
ਕਿ ਜਿਹੜੇ ਸਾਡੇ ਚੋਣ ਮੈਨੀਫੈਸਟੋ 'ਚ ਅਸੀਂ ਪ੍ਰੋਮਿਸ ਕੀਤੇ ਸੀ ਲੋਕਾਂ ਨੂੰ, ਘਰ ਘਰ ਰੋਜ਼ਗਾਰ ਦਾ ਕੀਤਾ ਸੀ। ਅੱਜ 72,000 ਕਰੋੜ ਦੀ ਸਾਡੇ ਕੋਲ ਇਨਵੈਸਟਮੈਂਟ ਆਈ ਹੈ, ਜਿਹਦੇ 'ਚ 2,80,000 ਬੱਚੇ ਦੀ, ਔਰ ਬਾਕੀ ਬੱਚਿਆਂ ਨੂੰ ਅਸੀਂ ਲੋਨ ਬਹੁਤ ਦਿੱਤੇ ਨੇ ਸਰਕਾਰ ਨੇ, ਜਿਹੜੇ ਸੈਲਫ ਬੱਚੇ ਆਪਣੇ ਕੰਮ ਕਰ ਰਹੇ ਨੇ। ਸਰਕਾਰੀ ਵੀ ਜੌਬ ਦੇਖੋ 1 ਲੱਖ ਦੇ ਕਰੀਬ ਜੌਬ ਜਿਹੜੀ CM ਸਾਹਿਬ ਨੇ ਅਨਾਉਂਸ ਕੀਤੀ ਹੈ, ਔਰ ਫਟਾਫਟ ਸਾਰੇ ਡਿਪਾਰਟਮੈਂਟ ਕੰਮ ਕਰ ਰਹੇ ਨੇ। ਐਡਵਰਟਾਈਜ਼ਮੈਂਟ ਆ ਰਹੀਆਂ ਨੇ ਕਿ ਅਸੀਂ ਬੱਚਿਆਂ ਦੇ ਵਾਸਤੇ ਫਟਾਫਟ ਜੌਬਸ ਦੇਈਏ। ਔਰ ਜਿਹੜੇ 4 ਸਾਲ ਹੈ ਆਪਾਂ ਸੈਟਿਸਫਾਈਡ ਹੈ ਕਿ ਜੋ ਕੰਮ ਕੀਤਾ ਹੈ, ਜੋ ਲੋਕਾਂ ਨਾਲ ਪ੍ਰੋਮਿਸ ਕੀਤੇ ਸੀ, ਅਸੀਂ ਉਹਨੂੰ ਪੂਰੇ ਕਰਨ ਜਾ ਰਹੇ ਹਾਂ ਔਰ ਕੀਤੇ ਵੀ ਨੇ। ਜਿਹੜਾ ਸਾਡਾ ਟਾਈਮ ਹੈ ਇਹਦੇ ਵਿੱਚ ਜਿੰਨੇ ਵੀ ਪ੍ਰੋਮਿਸ ਸੀ ਉਹਨੂੰ ਪੂਰੇ ਕਰਾਂਗੇ। ਇਹ ਸਭ ਕਦਮ ਸਿਰਫ ਇੱਕ ਸ਼ੁਰੂਆਤ ਨੇ ਪੰਜਾਬ ਦੇ ਸੁਨਹਿਰੇ ਭਵਿੱਖ ਦੀ। ਇੱਕ ਐਸਾ ਸੁਪਨਾ ਜੋ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਖਿਆ ਹੈ। ਵੀ ਲੋਕ ਮੈਂ ਰੋਜ਼ ਸੁਣਦਾ ਰਹਿੰਦਾ ਕਿ ਲੋਕ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ, ਕੋਈ ਕਿਤੇ ਜਾਣਾ ਚਾਹੁੰਦਾ ਹੈ। ਅਗਰ ਅਸੀਂ ਉਹ ਨੌਕਰੀਆਂ ਦਾ ਪ੍ਰਬੰਧ ਪੂਰੀ ਕਰ ਦਈਏ ਫਿਰ ਕਿਸ ਨੂੰ ਜਾਣ ਦੀ ਲੋੜ ਨਹੀਂ, ਆਪਣੇ ਪਰਿਵਾਰਾਂ ਨਾਲ ਰਹਿਣਗੇ ਔਰ ਉਹਨਾਂ ਦਾ ਇੱਥੇ ਹੀ ਕੋਈ ਭਵਿੱਖ ਬਣਾ ਸਕਦੇ। ਤੇ ਹੁਣ ਉਹ ਵਕਤ ਦੂਰ ਨਹੀਂ ਜਦ ਪੰਜਾਬ ਪੂਰੇ ਦੇਸ਼ ਵਿੱਚ ਆਪਣੀ ਇੰਡਸਟਰੀਅਲ ਇਸਟੈਬਲਿਸ਼ਮੈਂਟਸ ਦੀ ਲੈਅ ਤੇ ਕ੍ਰਾਂਤੀਕਾਰੀ ਪਾਲਿਸੀਜ਼ ਦੇ ਲਈ ਜਾਣਿਆ ਜਾਏਗਾ, ਜੋ ਕਿ ਬਿਜ਼ਨਸ ਅਤੇ ਇੰਡਸਟਰੀ ਕਲਾਸ ਦੇ ਨਾਲ-ਨਾਲ ਲੋਕ ਹਿੱਤ ਵਿੱਚ ਵੀ ਸਹੀ ਸਾਬਿਤ ਹੋਣਗੀਆਂ।